ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਰੋਜ਼ਾਨਾ ਲੋਕ ਨਾਥ ਟੀਵੀ ਦਾ ਵਿਸ਼ੇਸ਼ ਪ੍ਰੋਗਰਾਮ ਖਬਰ ਸਵੇਰ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਸਿਆਸਤ ਦੇ ਨਾਲ ਜੁੜੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ। ਸਭ ਤੋਂ ਪਹਿਲਾਂ ਗੱਲਬਾਤ ਜਿਹੜੀ ਆ ਉਹ ਕਰਾਂਗੇ ਕਿ ਭਾਰਤ ਭੂਸ਼ਣ ਆਸ਼ੂ ਜਿਨ੍ਹਾਂ ਨੂੰ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ, ਉਹਨਾਂ ਦੀ ਜੇਲ੍ਹ ਦੇ ਵਿੱਚ ਪਹਿਲੀ ਰਾਤ ਦੀ ਕਹਾਣੀ ਜਿਹੜੀ ਆ ਉਹ ਦੱਸਾਂਗੇ। ਕਿਵੇਂ ਜਿਹੜੇ ਉਹਨਾਂ ਦੀ ਰਾਤ ਬੀਤੀ ਹੈ, ਕਿਵੇਂ ਕਿੱਥੇ ਰਹਿ ਰਹੇ ਨੇ, ਸਿੱਧੂ ਵੀ ਇਸੇ ਜੇਲ੍ਹ ਦੇ ਵਿੱਚ ਬੰਦ ਨੇ, ਕੀ ਕੁਝ ਗੱਲਬਾਤ ਹੈ ਉਸ ਦੀ ਜਿਹੜੀ ਆ ਅਸੀਂ ਪੂਰੀ ਕਹਾਣੀ ਤੁਹਾਨੂੰ ਦੱਸਾਂਗੇ। ਤਾਂ ਉਧਰ ਬਰਗਾੜੀ ਮੋਰਚੇ ਦੇ ਵੱਲੋਂ ਵੀ ਵੱਡਾ ਐਲਾਨ ਕਰ ਦਿੱਤਾ ਗਿਆ। ਕੱਲ ਇੱਕ ਵੱਡਾ ਇਕੱਠ ਸੀਗਾ ਇਨਸਾਫ ਲੈਣ ਦੇ ਸੰਬੰਧੀ ਸਰਕਾਰ ਦੇ ਖਿਲਾਫ ਜੋ ਐਲਾਨ ਕੀਤਾ ਗਿਆ ਉਸ ਤੇ ਅਸੀਂ ਗੱਲਬਾਤ ਜਿਹੜੀ ਆ ਉਹ ਕਰਾਂਗੇ। ਤਾਂ ਉਧਰ ਪੰਜਾਬ ਦੇ ਨਵੇਂ ਡੀਜੀਪੀ ਨੂੰ ਲੈ ਕੇ ਵੀ ਰਫੜ ਹਲੇ ਵੀ ਬਣਿਆ ਹੋਇਆ ਹੈ। ਕੌਣ ਹੋਏਗਾ ਨਵਾਂ ਡੀਜੀਪੀ, ਕੀ ਗੱਲਬਾਤ ਹੈ, ਸਾਰੀਆਂ ਖਬਰਾਂ ਤੇ ਵਿਸਤਾਰਪੂਰਵਕ ਚਰਚਾ ਕਰਾਂਗੇ। ਚਰਚਾ ਦੇ ਲਈ ਮੇਰੇ ਨਾਲ ਜੁੜੇ ਨੇ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ। ਸਭ ਤੋਂ ਪਹਿਲਾਂ ਸਵਾਗਤ ਕਰਾਂਗੇ, ਫਿਰ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ। ਅਣਖੀ ਸਾਹਿਬ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਅਣਖੀ ਸਾਹਿਬ ਸ਼ੁਰੂਆਤ ਜਿਹੜੀ ਹੈ ਉਹ ਭਾਰਤ ਭੂਸ਼ਣ ਆਸ਼ੂ ਵਾਲੀ ਖਬਰ ਤੋਂ ਹੀ ਕਰਦੇ ਆ। 8-9 ਦਿਨਾਂ ਦੇ ਰਿਮਾਂਡ ਤੋਂ ਬਾਅਦ ਭਾਰਤ ਭੂਸ਼ਣ ਆਸ਼ੂ ਨੂੰ ਜੇਲ੍ਹ ਦੇ ਵਿੱਚ ਭੇਜਿਆ ਗਿਆ ਤੇ ਜੇਲ੍ਹ ਵੀ ਉਹੀ ਭੇਜੀ ਗਈ ਹੈ ਜਿਹਦੇ ਵਿੱਚ ਨਵਜੋਤ ਸਿੰਘ ਸਿੱਧੂ ਵੀ ਜਿਹੜੇ ਆ ਬੰਦ ਆ, ਉਹ ਦਲੇਰ ਮਹਿੰਦੀ ਵੀ ਬੰਦ ਹੈ। ਤੇ ਕੀ ਪੂਰੀ ਕਹਾਣੀ ਹੈ, ਕਿਵੇਂ ਪਹਿਲੀ ਰਾਤ ਜਿਹੜੀ ਆਸ਼ੂ ਦੀ ਗੁਜ਼ਰੀ ਆ ਜੇਲ੍ਹ ਦੇ ਅੰਦਰ? ਕਿਉਂਕਿ ਪਤਾ ਲੱਗਿਆ ਕਿ ਵਿਜੀਲੈਂਸ ਦੇ ਕੋਲ ਤਾਂ ਕਹਿੰਦੇ ਉਹਨਾਂ ਨੂੰ ਮੱਛਰ ਬੜਾ ਕੱਟਦਾ ਰਿਹਾ, ਇੱਥੇ ਕਿਵੇਂ ਬੀਤੀ ਰਾਤ? ਸੁਖਵਿੰਦਰ ਜੀ, ਤੁਸੀਂ ਦੋ ਨਾਮ ਤੇ ਲੈ ਲਏ ਕਿ ਉੱਥੇ ਨਵਜੋਤ ਸਿੰਘ ਸਿੱਧੂ ਬੰਦ ਨੇ, ਦਲੇਰ ਮਹਿੰਦੀ ਬੰਦ ਨੇ, ਪਰ ਤੀਜੀ ਗੱਲ ਕਹਿਣ ਵਾਲੀ ਜਿਹੜੀ ਖਾਸ ਤੌਰ ਤੇ ਆਪਣੇ ਦਰਸ਼ਕਾਂ ਨੂੰ ਦੱਸਣੀ ਸੀ ਕਿ ਉਹਨਾਂ ਨੂੰ ਉਹੀ ਬੈਰਕ ਮਿਲੀ ਹੈ ਜਿੱਥੇ ਬਿਕਰਮ ਸਿੰਘ ਮਜੀਠੀਆ ਆਪਣੇ ਬੀਤੇ ਦਿਨਾਂ 'ਚ ਕੈਦ ਰਹੇ ਨੇ ਜਾਂ ਉਹਨਾਂ ਨੂੰ ਰੱਖਿਆ ਗਿਆ। ਪਰ ਜੀ ਭਾਰਤ ਭੂਸ਼ਣ ਆਸ਼ੂ ਇਸ ਵੇਲੇ ਉਸ ਬੈਰਕ 'ਚ ਨੇ ਕਿ ਜਿਸ ਬੈਰਕ ਦੇ ਵਿੱਚ ਪਹਿਲਾਂ ਬਿਕਰਮਜੀਤ ਸਿੰਘ ਮਜੀਠੀਆ ਜਿਹੜੇ ਉਹ ਰਹੇ ਨੇ। ਖੈਰ, ਜਿਸ ਦਿਨ ਰਿਮਾਂਡ ਖਤਮ ਹੁੰਦਾ ਆ ਉਸ ਦਿਨ ਭਾਰਤ ਭੂਸ਼ਣ ਆਸ਼ੂ ਨੂੰ ਕਰੀਬ 9:45 ਵਜੇ ਲੈ ਕੇ ਪੁਲਿਸ ਦੀ ਟੀਮ ਜਿਹੜੀ ਹੈ ਪਟਿਆਲਾ ਜੇਲ੍ਹ ਜਿਹੜੀ ਪਹੁੰਚਦੀ ਹੈ। ਤਾਂ ਪਟਿਆਲਾ ਜੇਲ੍ਹ ਵਿੱਚ ਪਹੁੰਚ ਕੇ ਫਿਰ ਉਹਨਾਂ ਨੂੰ ਉਹੀ ਬੈਰਕ ਜਿਹੜੀ ਉੱਥੇ ਉਹਨਾਂ ਨੂੰ ਰੱਖਿਆ ਜਾਂਦਾ ਜਿਹੜੀ 10x10 ਦੀ ਆ, ਔਰ ਕਹਿੰਦੇ ਨੇ ਕਿ ਉਹਦੇ ਅੰਦਰ 2 ਫੁੱਟ ਦੀ ਜਗ੍ਹਾ ਦੇ ਉੱਤੇ ਹੀ ਪਖਾਨਾ ਔਰ ਬਾਥਰੂਮ ਬਣਿਆ ਆ। ਉਸ ਬੈਰਕ ਦੇ ਵਿੱਚ ਇਸ ਵੇਲੇ ਭਾਰਤ ਭੂਸ਼ਣ ਆਸ਼ੂ ਜਿਹੜੇ ਬਿਰਾਜਮਾਨ ਨੇ, ਉਹਨਾਂ ਦਾ ਨਿਵਾਸ ਸਥਾਨ ਇਸ ਵੇਲੇ ਉਹ ਬੈਰਕ ਆ ਜਿਸ ਬੈਰਕ ਦੇ ਸੰਬੰਧੀ ਬੀਤੇ ਦਿਨਾਂ 'ਚ ਭੈਣ ਜੀ ਹੁਣੀ ਵੀ ਬਾਹਰ ਆਣ ਕੇ ਬੜਾ ਰੌਲਾ ਪਿੱਟਾ ਕਰਦੇ ਰਹੇ ਨੇ ਕਿ ਜਦੋਂ ਬਿਕਰਮ ਸਿੰਘ ਮਜੀਠੀਆ ਬੰਦ ਸੀ ਕਿ ਉਹ ਜਿਹੜੀ ਜੌੜਾ ਚੱਕੀ ਨਾਮ ਦੇ ਨਾਲ ਮਸ਼ਹੂਰ ਆ ਜਿਹੜਾ ਉਹ ਬੈਰਕ ਹੈਗੀ ਹੈ ਜਿੱਥੇ ਇਸ ਵੇਲੇ ਭਾਰਤ ਭੂਸ਼ਣ ਆਸ਼ੂ ਬੰਦ ਨੇ ਤੇ ਜਿੱਥੇ ਬਿਕਰਮ ਸਿੰਘ ਮਜੀਠੀਆ ਬੰਦ ਸਨ, ਤੇ ਜਿੱਥੇ ਭੈਣ ਜੀ ਹੋਰਾਂ ਨੇ ਬੜਾ ਰੌਲਾ ਰੱਪਾ ਰੋਏ ਵੀ ਸੀ ਬਾਹਰ ਹੀ ਆਣ ਕੇ ਕਿ ਸ਼ਾਇਦ ਹਰਪ੍ਰੀਤ ਸਿੰਘ ਸਿੱਧੂ ਉਹਨਾਂ ਨੂੰ ਜ਼ਿਆਦਾ ਟਾਰਗੇਟ ਉੱਥੇ ਕਰ ਰਹੇ ਨੇ। ਖੈਰ, ਗੱਲ ਅਸੀਂ ਭਾਰਤ ਭੂਸ਼ਣ ਆਸ਼ੂ ਵੀ ਕਰ ਰਹੇ ਹਾਂ ਕਿ ਜੌੜਾ ਚੱਕੀ ਦੇ ਵਿੱਚ ਇਸ ਵੇਲੇ ਬੰਦ ਨੇ। ਜਿਹੜੀ ਪਟਿਆਲਾ ਜੇਲ੍ਹ ਵਿੱਚ ਦੋ ਸੈੱਲ ਇਹੋ ਜਿਹੇ ਨੇ ਕਿ ਜਿੱਥੇ ਇਹ ਚੱਕੀਆਂ ਜਿਹੜੀਆਂ ਬਣੀਆਂ ਨੇ, ਤਾਂ ਉਸ ਚੱਕੀ ਦੇ ਵਿੱਚ 10x10 ਤੇ 2 ਫੁੱਟ ਦਾ ਅੰਦਰ ਹੀ ਜਿਹੜਾ ਬਾਥਰੂਮ ਔਰ ਦੂਜਾ ਜਿਹੜਾ ਫਲਸ਼ ਦਾ ਸਿਸਟਮ ਆ ਜਿਹੜਾ ਉੱਥੇ ਬਣਿਆ ਹੈਗਾ। ਤਾਂ ਹੁਣ ਇਹੋ ਜਿਹੇ ਹਾਲਾਤਾਂ ਦੇ ਵਿੱਚ ਉਹ ਬੰਦਾ ਜਿਸਨੇ ਆਪਣੇ ਰਾਜਸੀ ਸੱਤਾ ਸੁੱਖ ਭੋਗ ਵੇਲੇ ਪੂਰਾ ਸੱਤਾ ਦਾ ਆਨੰਦ ਲਿਆ ਹੋਵੇ, ਕਦੀ ਏਸੀਆਂ ਤੋਂ ਬਿਨਾਂ ਸੁੱਤਾ ਨਾ ਹੋਵੇ, ਔਰ ਹੁਣ ਇਹੋ ਜਿਹੇ ਸਮੇਂ ਦੇ ਵਿੱਚ ਉੱਥੇ ਜਾ ਕੇ ਪਹਿਲੀ ਰਾਤ ਜਿਹੜੀ ਕੱਟੀ, ਕਹਿੰਦੇ ਬੜੀ ਬੇਚੈਨੀ ਭਰਪੂਰ ਜਿਹੜੀ ਆ ਉਹ ਰਹੀ ਆ ਰਾਤ। ਤੇ ਜੇਲ੍ਹ ਦੇ ਮੈਨੂਅਲ ਦੇ ਅਨੁਸਾਰ ਹੀ ਉਹਨਾਂ ਨੂੰ ਖਾਣਾ ਜਿਹੜਾ ਉਹ ਦਿੱਤਾ ਗਿਆ। ਫਿਰ ਵੀਰਵਾਰ ਨੂੰ ਜੇਲ੍ਹ ਦਾ ਜਿਹੜਾ ਹਸਪਤਾਲ ਆ ਉੱਥੇ ਹੀ ਉਹਨਾਂ ਦੀ ਚੈੱਕਅਪ ਜਿਹੜੀ ਹੋਈ ਆ, ਕੁਝ ਦਵਾਈਆਂ ਵਗੈਰਾ ਜਿਹੜੀਆਂ ਦਿੱਤੀਆਂ ਗਈਆਂ ਨੇ। ਇਹ ਤਾਂ ਉਹ ਸੀ ਨਾ, ਪਰ ਜੋ ਅੰਦਰਲੇ ਸੂਤਰ ਜਿਹੜੀ ਸਾਨੂੰ ਉਹਨਾਂ ਨੇ ਜਾਣਕਾਰੀ ਪ੍ਰਦਾਨ ਕੀਤੀ ਆ ਕਿ ਕੱਲ ਵੀ ਸਾਰਾ ਦਿਨ ਬੇਚੈਨੀ ਦੇ ਮਾਹੌਲ 'ਚ ਰਹੇ। ਅੱਜ ਦੀ ਰਾਤ ਜਿਹੜੀ ਲੰਘੀ ਹੈ, ਇਸ ਰਾਤ ਵੀ ਉਹਨਾਂ ਨੇ ਬੇਚੈਨੀ ਦੇ ਵਿੱਚ ਹੀ ਜਿਹੜਾ ਸਮਾਂ ਆ ਉਹ ਰਾਤ ਜਿਹੜੀ ਆ ਉਹ ਕੱਟੀ ਆ। ਬਹੁਤ ਕੁਝ ਜਿੱਥੇ ਪਹਿਲਾਂ ਤਾਂ ਵਿਜੀਲੈਂਸ ਦੇ ਦਫ਼ਤਰ 'ਚ ਮੱਛਰ ਤੰਗ ਕਰਦੇ ਸੀ, ਤਾਂ ਉੱਥੇ ਮਸ਼ੀਨ ਜਿਹੜੀ ਫਰਾ ਕੇ ਵਿਜੀਲੈਂਸ ਅਧਿਕਾਰੀਆਂ ਵਾਲਿਆਂ ਨੇ ਫੌਗਿੰਗ ਮਸ਼ੀਨ ਲਿਆ ਕੇ ਉਹਦਾ ਛੁਟਕਾਰਾ ਕਰਾਤਾ ਸੀ। ਪਰ ਹੁਣ ਜੇਲ੍ਹ ਦੇ ਵਿੱਚ ਤਾਂ ਫਿਰ ਜੇਲ੍ਹ ਹੀ ਆ, ਉੱਥੇ ਕੁਝ ਹੋਰ ਤਰੀਕੇ ਦੀਆਂ ਸਮੱਸਿਆਵਾਂ ਜਿਹੜੀਆਂ ਭਾਰਤ ਭੂਸ਼ਣ ਆਸ਼ੂ ਨੂੰ ਕਹਿੰਦੇ ਨੇ ਪੇਸ਼ ਆ ਰਹੀਆਂ ਨੇ, ਜਿਨ੍ਹਾਂ ਦੇ ਸੰਬੰਧੀ ਅਜੇ ਕੋਈ ਉਹਨਾਂ ਜੇਲ੍ਹ ਪ੍ਰਸ਼ਾਸਨ ਵੱਲੋਂ ਫੈਸਲਾ ਨਹੀਂ ਕੀਤਾ ਗਿਆ ਕਿਉਂਕਿ ਉਹ ਇਸ ਵੇਲੇ ਹਵਾਲਾਤੀ ਹਨ, ਨਾ ਕਿ ਕੈਦੀ। ਸੋ ਅਜਿਹੀ ਸਥਿਤੀ ਦੇ ਵਿੱਚ ਭਾਰਤ ਭੂਸ਼ਣ ਆਸ਼ੂ ਦਾ ਉੱਥੇ ਇੱਕ ਦਿਨ ਕੱਟਣਾ ਜ਼ਰੂਰ ਉਹਨਾਂ ਨੂੰ ਉਹ ਸਮਾਂ ਯਾਦ ਦਿਵਾਉਂਦਾ ਹੋਏਗਾ ਕਿ ਜਦੋਂ ਉਹ ਸੱਤਾ ਦੇ ਸੁੱਖ ਦੇ ਵਿੱਚ ਸੱਤਾ ਦੇ ਨਸ਼ੇ ਦੇ ਵਿੱਚ ਪੂਰਨ ਤੌਰ ਤੇ ਹੰਕਾਰੇ ਫਿਰਦੇ ਸਨ। ਮੈਂ ਮਿੱਧ ਕੇ ਰੱਖ ਦੂੰਗਾ, ਮੈਂ ਇਹ ਕਰ ਦੂੰਗਾ, ਮੈਂ ਉਹ ਕਰ ਦੂੰਗਾ। ਅਖੀਰ ਉਹਨਾਂ ਨੂੰ ਉਹ ਸਮਾਂ ਉਸ ਜੇਲ੍ਹ ਦੇ ਵਿੱਚ ਜ਼ਰੂਰ ਯਾਦ ਆਉਂਦਾ ਹੋਵੇਗਾ। ਮੈਨੂੰ ਬਿਕਰਮ ਮਜੀਠੀ ਦੇ ਉਹ ਬੋਲ ਯਾਦ ਹੁੰਦੇ ਨੇ, ਕਹਿੰਦਾ ਜੇਲ੍ਹ 'ਚ ਜਾ ਕੇ ਬੰਦੇ ਨੂੰ ਫਿਰ ਬਹੁਤ ਕੁਝ ਆਤਮ ਮੰਥਨ ਕਰਨ ਦਾ ਸਮਾਂ ਮਿਲਦਾ, ਤਾਂ ਸ਼ਾਇਦ ਇਹ ਸਮਾਂ ਹੁਣ ਭਾਰਤ ਭੂਸ਼ਣ ਆਸ਼ੂ ਤੇ ਆ ਆਤਮ ਮੰਥਨ ਦਾ ਸਮਾਂ। ਬਾਕੀ ਸੁਖਵਿੰਦਰ ਜੀ, ਕੱਲ ਤੇ ਉਹ ਜੇਲ੍ਹ 'ਚ ਨਹੀਂ,
ਕੱਲ ਪਰਸੋਂ ਪੌਣੇ 9 ਵਜੇ ਕੱਲ ਕਿਸੇ ਕਾਂਗਰਸੀ ਨੇਤਾ ਨੇ ਉਹਨਾਂ ਨਾਲ ਮੁਲਾਕਾਤ ਜਿਹੜੀ ਆ ਉਹ ਨਹੀਂ ਕੀਤੀ। ਮੁਲਾਕਾਤ ਕਹਿੰਦੇ ਸ਼ੁੱਕਰਵਾਰ ਦਾ ਟਾਈਮ ਦਿੱਤਾ ਜੇਲ੍ਹ ਦੇ ਵਿੱਚ। ਤੇ ਅੱਜ ਵੇਖੋ ਕਿਹੜੇ ਕਾਂਗਰਸੀ ਨੇਤਾ ਖਾਸ ਤੌਰ ਤੇ ਰਾਜਾ ਵੜਿੰਗ ਜਾਂ ਹੋਰ ਨੇਤਾ ਉਹਨਾਂ ਨੂੰ ਜੇਲ੍ਹ ਵਿੱਚ ਮੁਲਾਕਾਤ ਕਰਨ ਜਾਂਦੇ ਆ ਜਾਂ ਨਹੀਂ ਜਾਂਦੇ। ਇਹ ਵੀ ਇੱਕ ਬੜਾ ਮਹੱਤਵਪੂਰਨ ਪ੍ਰਸ਼ਨ ਹੋਵੇਗਾ ਕਿ ਇਹੋ ਜਿਹੇ ਸਮੇਂ ਦੇ ਵਿੱਚ ਜਦੋਂ ਇਸ ਵੇਲੇ ਭਾਰਤ ਭੂਸ਼ਣ ਆਸ਼ੂ ਦਾ ਜੇਲ੍ਹ ਦੇ ਅੰਦਰ ਮਨੋਬਲ ਇੱਕ ਕਿਸਮ ਦਾ ਟੁੱਟ ਗਿਆ ਹੋਊਗਾ ਤਾਂ ਉਸ ਮਨੋਬਲ ਨੂੰ ਉੱਚਾ ਚੁੱਕਣ ਵਾਸਤੇ ਹੁਣ ਕਿਹੜੇ ਨੇਤਾ ਜਾਣਗੇ। ਕਿਉਂਕਿ ਸਾਧੂ ਸਿੰਘ ਧਰਮਸੋਤ ਜਦੋਂ ਦਾ ਜੇਲ੍ਹ 'ਚ ਵਾਧਾ ਉਹਨੂੰ ਕਿਸੇ ਵੀ ਕਾਂਗਰਸੀ ਨੇਤਾ ਨੇ ਨਹੀਂ ਮਿਲਿਆ, ਨਾ ਕੋਈ ਪ੍ਰਧਾਨ, ਨਾ ਕੋਈ ਗੱਲ, ਨਾ ਕੋਈ ਬਾਤ। ਸੰਗਤ ਸਿੰਘ ਗਿੱਲ ਜੀ ਨੂੰ ਉਦੋਂ ਜ਼ਰੂਰ ਮਿਲੇ ਸੀ ਕਿ ਜਦੋਂ ਉਹ ਹਾਈ ਕੋਰਟ 'ਚ ਉਸਦੀ ਜਿਹੜੀ ਪਟੀਸ਼ਨ ਆ ਉਸ ਨੂੰ ਜ਼ਮਾਨਤ ਜਿਹੜੀ ਮਿਲੀ। ਸੋ ਉਹ ਜਿਹੇ ਸਮੇਂ ਦੇ ਵਿੱਚ ਹੁਣ ਇਹ ਵੇਖਣਾ ਹੋਵੇਗਾ ਕਿ ਰਾਜਾ ਵੜਿੰਗ ਐਂਡ ਕੰਪਨੀ ਜਿਨ੍ਹਾਂ ਨੇ ਭਾਰਤ ਭੂਸ਼ਣ ਆਸ਼ੂ ਦੇ ਹੱਕ ਦੇ ਵਿੱਚ ਬੜਾ ਵੱਡਾ ਧਰਨਾ ਲਾਇਆ, ਬਹੁਤ ਚੀਜ਼ਾਂ ਆਰਗੇਨਾਈਜ਼ ਕੀਤੀਆਂ, ਪਰ ਉਹਨਾਂ ਦਾ ਦਬਾਅ ਜਿਹੜਾ ਆ ਵਿਜੀਲੈਂਸ ਦੇ ਉੱਤੇ ਨਹੀਂ ਚੱਲ ਸਕਿਆ। ਫਿਰ ਅਖੀਰ ਨਾਲ ਭਾਰਤ ਭੂਸ਼ਣ ਆਸ਼ੂ ਨੂੰ ਜੇਲ੍ਹ ਦੇ ਵਿੱਚ ਜਾਣਾ ਹੀ ਪਿਆ। ਤਾਂ ਫਿਰ ਅੱਜ ਇਹ ਵੇਖਣਾ ਹੋਊਗਾ, ਅੱਜ ਸ਼ੁੱਕਰਵਾਰ ਦਾ ਦਿਨ ਆ, ਕਿਹੜੇ ਨੇਤਾ ਅੱਜ ਭਾਰਤ ਭੂਸ਼ਣ ਆਸ਼ੂ ਨੂੰ ਮਿਲ ਕੇ ਆਉਂਦੇ ਆ ਤਾਂ ਬਾਹਰ ਆਣ ਕੇ ਕੀ ਕਹਿੰਦੇ ਨੇ। ਆਣ ਕੇ ਤਾਂ ਇਹੋ ਕਹਿਣਗੇ ਕਿ ਹਾਂ ਵੀ ਚੜ੍ਹਦੀ ਕਲਾ 'ਚ ਨੇ, ਪਰ ਚੜ੍ਹਦੀ ਕਲਾ ਦਾ ਪਤਾ ਬਾਅਦ 'ਚ ਹੀ ਲੱਗੇਗਾ ਜਦੋਂ ਭਾਰਤ ਭੂਸ਼ਣ ਆਸ਼ੂ ਹੁਣੀ ਬਾਹਰ ਨਿਕਲਣਗੇ। ਸੋ ਇਹ 2 ਦਿਨਾਂ ਦਾ ਉਹਨਾਂ ਦਾ ਜਿਹੜਾ ਵੇਰਵਾ ਸੀ ਜੋ ਸਾਡੇ ਤੱਕ ਪਹੁੰਚਿਆ ਉਹ ਅਸੀਂ ਆਪਣੇ ਦਰਸ਼ਕਾਂ ਦੀ ਨਜ਼ਰ ਜਿਹੜਾ ਕੀਤਾ ਆ। ਬਾਕੀ ਅੱਜ ਜਿਹੜੀਆਂ ਘਟਨਾਵਾਂ ਜਿਹੜੀਆਂ ਨੇ ਉਹ ਹੋਰ ਵਾਪਰਨਗੀਆਂ ਜਿਨ੍ਹਾਂ ਤੋਂ ਪਤਾ ਲੱਗੇਗਾ ਕਿ ਅਗਲੇ ਦਿਨਾਂ ਦੇ ਵਿੱਚ ਭਾਰਤ ਭੂਸ਼ਣ ਆਸ਼ੂ ਦੇ ਪ੍ਰਤੀ ਸਰਕਾਰ ਦੀ ਨੀਤੀ ਕੀ ਹੈ। ਜੀ ਬਿਲਕੁਲ। ਅਗਲੀ ਖਬਰ ਲੈ ਲੈਂਦੇ ਆ, ਬੜੀ ਅਹਿਮ ਖਬਰ ਹੈ। ਬਰਗਾੜੀ ਮੋਰਚੇ ਦੇ ਵੱਲੋਂ ਮਾਨਕੀ ਸਾਹਿਬ ਕੱਲ ਵੱਡਾ ਇਕੱਠ ਕੀਤਾ ਗਿਆ ਸੀਗਾ ਤਾਂ ਕੱਲ ਕੁਝ ਫੈਸਲਾ ਲੈਣਾ ਸੀ। ਹੁਣ ਕੀ ਫੈਸਲਾ ਲਿਆ ਗਿਆ ਬਰਗਾੜੀ ਮੋਰਚੇ ਦੇ ਵੱਲੋਂ? ਸਰਕਾਰ ਨੂੰ ਕਿੰਨਾ ਕੁ ਟਾਈਮ ਦਿੱਤਾ ਗਿਆ ਕਿ ਕੁਝ ਚੇਤਾਵਨੀ ਜਿਹੜੀ ਦਿੱਤੀ ਗਈ ਹੈ? ਸੁਖਵਿੰਦਰ ਜੀ, ਬਰਗਾੜੀ ਮੋਰਚੇ ਦੀ ਜਿਹੜੀ ਕੱਲ ਦਾ 1 ਸਤੰਬਰ ਬੜਾ ਮਹੱਤਵਪੂਰਨ ਬਰਗਾੜੀ ਮੋਰਚੇ ਦੇ ਨੇ ਇਹ ਦਿਨ ਜਿਹੜਾ ਐਲਾਨਿਆ ਸੀ। ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਉਤਸਵ ਨਾਨਕਸ਼ਾਹੀ ਕੈਲੰਡਰ ਦੇ ਅਨੁਸਾਰ ਕੱਲ ਸੀ ਤਾਂ ਕੱਲ ਜਿਹੜਾ ਉਹਨਾਂ ਦਾ ਭੋਗ ਪਾਏ ਗਏ। ਭੋਗ ਪਾਉਣ ਉਪਰੰਤ ਇਹ ਫੈਸਲਾ ਪਹਿਲਾਂ ਲਿਆ ਗਿਆ ਸੀ ਕਿ 1 ਸਤੰਬਰ ਨੂੰ ਕੌਮ ਦੇ ਨਾਂ ਤੇ ਸੰਦੇਸ਼ ਆ ਜਿਹੜਾ ਉਹ ਜਾਰੀ ਕੀਤਾ ਜਾਏਗਾ ਜਾਂ ਇੱਕ ਫੈਸਲਾ ਦੱਸਿਆ ਜਾਏਗਾ ਕੀ ਕਰਨਾ। ਕਹਿੰਦੇ ਨੇ ਕੱਲ ਵੀ ਜਥੇਬੰਦੀਆਂ ਜਿਹੜੀਆਂ ਉੱਥੇ ਇਕੱਠੀਆਂ ਹੋਈਆਂ ਨੇ, ਪਰ ਜਿਹੜਾ ਸਮਾਂ ਕੋਈ ਵੀ ਫੈਸਲਾ ਜਿਹੜਾ ਕੱਲ ਦਾ ਨਹੀਂ ਲਿਆ ਗਿਆ ਤੇ ਫੈਸਲਾ ਜਿਹੜਾ ਲਿਆ ਗਿਆ ਹੁਣ 16 ਸਤੰਬਰ ਨੂੰ ਲਿਆ ਜਾਵੇਗਾ ਕਿ 16 ਸਤੰਬਰ ਨੂੰ ਦੁਬਾਰਾ ਇਹ ਕਾਲ ਦਿੱਤੀ ਗਈ ਹੈ ਬਰਗਾੜੀ ਮੋਰਚੇ ਦੇ ਅਹੁਦੇਦਾਰਾਂ ਵੱਲੋਂ ਕਿ 16 ਸਤੰਬਰ ਨੂੰ ਸੰਪੂਰਨ ਕਿਸਾਨ ਜਥੇਬੰਦੀਆਂ, ਨਿਹੰਗ ਜਥੇਬੰਦੀਆਂ, ਹੋਰ ਉਹ ਸਿੱਖ ਨਾਨਕ ਨਾਮਦੇਵਾ ਸੰਗਤ ਜਿਹੜੀ ਆ ਉਸ ਮੌਕੇ ਤੇ ਇਕੱਠੀ ਹੋਵੇਗੀ ਤਾਂ ਉਸ ਦਿਨ ਫਿਰ ਜਿਹੜਾ ਐਲਾਨ ਜਿਹੜਾ ਕਿ ਅਗਲਾ ਪ੍ਰੋਗਰਾਮ ਕਿਹੋ ਜਿਹਾ ਹੋਵੇਗਾ ਉਹ ਜਾਂ ਪ੍ਰੋਗਰਾਮ ਕੀ ਐਲਾਨ ਕਰਨਾ 16 ਸਤੰਬਰ ਨੂੰ ਪ੍ਰੋਗਰਾਮ ਐਲਾਨ ਦਿੱਤਾ ਜਾਵੇਗਾ। ਇਹ ਬਰਗਾੜੀ ਮੋਰਚੇ ਦੇ ਅਹੁਦੇਦਾਰਾਂ ਤੋਂ ਜਿਹੜੀ ਜਾਣਕਾਰੀ ਸਾਨੂੰ ਜਿਹੜੀ ਸਾਡੇ ਤੱਕ ਪਹੁੰਚੀ ਆ ਇਹ ਉਹ ਜਾਣਕਾਰੀ ਹੈ। ਬਾਕੀ ਸੁਖਵਿੰਦਰ ਜੀ, ਮੈਨੂੰ ਇਸ ਤਰ੍ਹਾਂ ਲੱਗਦਾ ਕਿ ਇਹ ਜਿਹੜਾ 16 ਸਤੰਬਰ ਦਾ ਦਿਨ ਮਿੱਥਿਆ ਗਿਆ ਇਹ ਕਿਤੇ ਨਾ ਕਿਤੇ ਸਰਕਾਰ ਵੱਲੋਂ ਔਰ ਬਰਗਾੜੀ ਮੋਰਚੇ ਦੇ ਜਿਹੜੇ ਅਸੀਂ ਕਹਿ ਸਕਦੇ ਕਿ ਨੇਤਾਵਾਂ ਵੱਲੋਂ ਆਪਸੀ ਗੱਲਬਾਤ ਦੇ ਆਧਾਰ ਤੇ ਹੀ 16 ਸਤੰਬਰ ਜਿਹੜੀ ਆ ਉਹ ਮਿੱਥੀ ਗਈ ਆ। ਕਿਉਂਕਿ 14 ਸਤੰਬਰ ਨੂੰ ਜਿਹੜਾ ਕੋਟਕਪੂਰਾ ਗੋਲੀਕਾਂਡ ਦੇ ਮਸਲੇ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੇ ਸਿੱਟ ਦੇ ਅੱਗੇ ਪੇਸ਼ ਹੋਣਾ, ਜਦੋਂ ਕਿ 6 ਸਤੰਬਰ ਨੂੰ ਫਿਰ ਉਹਨਾਂ ਨੇ ਉਸ ਤੋਂ ਪਹਿਲਾਂ 6 ਸਤੰਬਰ ਨੂੰ ਜਿਹੜੀ ਬਹਿਬਲ ਕਲਾਂ ਗੋਲੀਕਾਂਡ ਉਸ ਮੁੱਦੇ ਤੇ ਸੁਖਬੀਰ ਸਿੰਘ ਬਾਦਲ ਨੇ ਸਿੱਟ ਦੇ ਅੱਗੇ ਪੇਸ਼ ਹੋਣਾ ਤੇ ਹੁਣ ਨੌ ਨਿਹਾਲ ਵਾਲੀ ਸਿੱਟ ਦੇ ਅੱਗੇ। ਤਾਂ ਜਿਸ ਤਰੀਕੇ ਨਾਲ ਸਰਕਾਰ ਨੇ ਆਪਣਾ ਇਹ ਉਹਨਾਂ ਨੂੰ ਸੱਦ ਕੇ ਸਿੱਟ ਦੇ ਅੱਗੇ ਪੇਸ਼ ਹੋਣ ਦੇ ਸੰਮਨ ਜਾਰੀ ਕਰਕੇ ਇੱਕ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੇਖੋ ਜੀ ਜਿਹੜਾ ਵਾਅਦਾ ਕੀਤਾ ਸੀ ਉਹਦੇ ਉੱਤੇ ਕੰਮ ਕਰ ਰਹੀ ਆ। ਹੁਣ ਵੇਖਣਾ ਕਿ ਅਗਲੇ ਦਿਨਾਂ 'ਚ ਰਣਨੀਤੀ ਕੀ ਹੁਣ ਅਕਾਲੀ ਦਲ ਪੇਸ਼ ਹੁੰਦਾ ਕਿ ਨਹੀਂ ਹੁੰਦਾ। ਮੈਨੂੰ ਜਿੱਥੋਂ ਤੱਕ ਇਸ ਤਰ੍ਹਾਂ ਲੱਗਦਾ ਕਿ ਇਹ ਜਿਹੜਾ ਸਮਾਂ ਦਿੱਤਾ ਗਿਆ 16 ਦਿਨਾਂ ਦਾ ਜਾਂ 15 ਦਿਨਾਂ ਦਾ ਸ਼ਾਇਦ ਇਸੇ ਸੰਬੰਧ ਦੇ ਵਿੱਚ ਦਿੱਤਾ ਗਿਆ ਬਰਗਾੜੀ ਮੋਰਚੇ ਦੇ ਅਹੁਦੇਦਾਰਾਂ ਵੱਲੋਂ ਕਿ ਸਰਕਾਰ ਦੀ ਹੁਣ ਨੀਤੀ ਜਾਂ ਨੀਅਤ ਵੇਖ ਲਈ ਜਾਵੇ ਕਿ 2 ਸਿੱਟਾਂ ਦੇ ਅੱਗੇ ਉਹਨਾਂ ਨੂੰ ਜਿਹੜੇ ਜਾਰੀ ਕੀਤੇ ਗਏ ਨੇ ਸੰਮਨ ਜਿਹੜੇ ਜਾਰੀ ਕੀਤੇ ਗਏ ਨੇ ਉਹਨਾਂ ਸੰਮਨਾਂ ਦੇ ਆਧਾਰ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਜਿਹੜੀ ਆ ਆਮ ਆਦਮੀ ਪਾਰਟੀ ਦੀ ਰਣਨੀਤੀ ਕੀ ਰਹਿੰਦੀ ਆ, ਕੀ ਉਹਨਾਂ ਦੇ ਸੰਬੰਧ ਦੇ ਵਿੱਚ ਉਹ ਕੁਝ ਦੋਸ਼ ਜਿਹੜੇ ਨੇ ਉਹ ਕਿਸੇ ਤਰੀਕੇ ਦੇ ਨੇ। ਪਤਾ ਇਹ ਵੀ ਲੱਗਿਆ ਸਾਹਿਬ ਕਿ ਕੁਝ ਜਥੇਬੰਦੀਆਂ ਇਕੱਠੀਆਂ ਕਰਨ ਦੇ ਲਈ ਵੀ ਜਿਹੜਾ ਉਹਨਾਂ ਦੇ ਵੱਲੋਂ ਇਹ ਜਿਹੜਾ ਸਮਾਂ ਦਿੱਤਾ ਗਿਆ ਆਪਣੇ ਆਪ ਨੂੰ ਵੀ ਸਮਾਂ ਦਿੱਤਾ ਗਿਆ। ਕਹਿੰਦੇ ਕਿ ਹੁਣ ਜਥੇਬੰਦੀਆਂ ਜਿਹੜੀਆਂ 16 ਸਤੰਬਰ ਤੱਕ ਪੂਰਨ ਤਰੀਕੇ ਦੇ ਨਾਲ, ਚਾਹੇ ਉਹ ਸਿੱਖ ਜਥੇਬੰਦੀਆਂ ਹੋਣ, ਸਿੱਖ ਸੰਪਰਦਾਵਾਂ ਹੋਣ ਜਾਂ ਫਿਰ ਕਿਸਾਨ ਜਥੇਬੰਦੀਆਂ ਹੋਣ, ਕਹਿੰਦੇ ਕਿ 16 ਸਤੰਬਰ ਤੱਕ ਜਿਹੜੇ ਆ ਉਹ ਪੂਰੇ ਪੰਜਾਬ ਦੀਆਂ ਜਥੇਬੰਦੀਆਂ, ਹਰ ਤਰੀਕੇ ਦੀਆਂ ਜਥੇਬੰਦੀਆਂ ਜਿਹੜੀਆਂ ਉਹ ਇਕੱਠੀਆਂ ਹੋ ਜਾਣਗੀਆਂ ਤੇ ਉਸ ਤੋਂ ਬਾਅਦ ਐਲਾਨ ਜਿਹੜੇ ਆ ਕਰਾਂਗੇ। ਕਹਿੰਦੇ ਕਿ ਉਸ ਲਈ ਵੀ ਸਮਾਂ ਆਪਣੇ ਆਪ ਨੂੰ ਵੀ ਦਿੱਤਾ ਗਿਆ ਕਿਉਂਕਿ ਜਿਹੜਾ ਇਹ ਮੋਰਚਾ ਲਗਾਉਣਾ ਇਹ ਕੱਚੇ ਪੈਰੀ ਨਹੀਂ ਲਗਾ ਸਕਦੇ। ਅੰਕਿਤ ਸਾਹਿਬ ਤੁਹਾਨੂੰ ਪਤਾ ਹੀ ਹੈ ਇਹ ਜਿਹੜਾ ਕੋਈ ਮਾੜਾ ਮੋਟਾ ਮੋਰਚਾ ਨਹੀਂ ਹੈ, ਇਹ ਬਹੁਤ ਵੱਡੇ ਪੱਧਰ ਤੇ ਮੋਰਚਾ ਲਾਉਣਾ ਹੈ ਔਰ ਵੱਡੀ ਤਿਆਰੀ ਦੇ ਨਾਲ।
ਸੁਖਵਿੰਦਰ ਜੀ ਬਿਲਕੁਲ ਤੁਸੀਂ ਠੀਕ ਕਹਿ ਰਹੇ ਜੇ ਕਿ ਜਥੇਬੰਦੀਆਂ ਜਿਸ ਤਰੀਕੇ ਨਾਲ ਉਹਨਾਂ ਨੇ ਕੱਲ ਐਲਾਨ ਕੀਤਾ ਤਾਂ ਇਹਨਾਂ ਜਥੇਬੰਦੀਆਂ ਤੋਂ ਇਲਾਵਾ ਇੱਕ ਚਿਹਰਾ ਹੋਰ ਵੀ ਹੈਗਾ ਜਿਹੜਾ ਬਰਗਾੜੀ ਮੋਰਚੇ ਜਾਂ ਬਹਿਬਲ ਕਲਾਂ ਕੋਟਕਪੂਰੇ ਗੋਲੀकांड ਦੇ ਮੁੱਦੇ ਨੂੰ ਬੜੀ ਗੰਭੀਰਤਾ ਨਾਲ ਚੁੱਕਦਾ ਰਿਹਾ। ਮੇਰੀ ਮੁਰਾਦ ਜਿਹੜੀ ਆ ਨਵਜੋਤ ਸਿੰਘ ਸਿੱਧੂ ਤੋਂ ਹੈ, ਪਰ ਨਵਜੋਤ ਸਿੰਘ ਸਿੱਧੂ ਇਸ ਵੇਲੇ ਜੇਲ੍ਹ ਦੇ ਵਿੱਚ ਨੇ ਤਾਂ ਸ਼ਾਇਦ ਕਿਤੇ ਨਾ ਕਿਤੇ ਕਿਸੇ ਤਰੀਕੇ ਦੇ ਨਾਲ ਜਿਹੜੀ ਇੱਕ ਵੇਟ ਆ ਜਾਂ ਇੰਤਜ਼ਾਰ ਆ ਬਰਗਾੜੀ ਮੋਰਚੇ ਦੇ ਨੇਤਾਵਾਂ ਵੱਲੋਂ ਵੀ ਨਵਜੋਤ ਸਿੰਘ ਸਿੱਧੂ ਦਾ ਕਿਸੇ ਤਰੀਕੇ ਨਾਲ ਕੀਤਾ ਜਾ ਰਿਹਾ ਹੋਵੇ, ਕਿਉਂਕਿ ਜਿਸ ਤਰੀਕੇ ਦੇ ਸਬੰਧ ਜਿਹੜੇ ਨੇ ਉਹ ਬੀਤੇ ਦੌਰ 'ਚ ਬਰਗਾੜੀ ਮੋਰਚੇ ਦੇ ਜਿਹੜੇ ਪੀੜਤਾਂ ਦੇ ਨਾਲ ਨਵਜੋਤ ਸਿੰਘ ਸਿੱਧੂ ਦੇ ਰਹੇ ਨੇ ਉਹ ਜਗ ਜ਼ਾਹਰ ਨੇ। ਤਾਂ ਇਸ ਵੇਲੇ ਇੱਕ ਵੱਡਾ ਚਿਹਰਾ ਜੇਕਰ ਇਸ ਮੋਰਚੇ ਦੇ ਵਿੱਚ ਆਉਂਦਾ ਤਾਂ ਕੁਦਰਤੀ ਤੌਰ ਤੇ ਮੋਰਚੇ ਨੂੰ ਜਿਹੜੀ ਆ ਉਹ ਇੱਕ ਬਲ ਮਿਲੇਗਾ, ਕਿਉਂਕਿ ਅੱਜ ਦੀ ਤਰੀਕ 'ਚ ਅਗਰ ਵੇਖਿਆ ਜਾਏ ਤੇ ਪੰਜਾਬ ਦੇ ਵਿੱਚ ਕੋਈ ਵੀ ਏਡਾ ਵੱਡਾ ਚਿਹਰਾ ਹੈ ਨਹੀਂ ਜਿਹੜਾ ਇਸ ਮੋਰਚੇ ਨੂੰ, ਜੇਕਰ ਬੜੀ ਵਧੀਆ ਤੁਸੀਂ ਗੱਲ ਕੀਤੀ ਆ ਕਿ ਮੋਰਚਾ ਲਾਉਣਾ ਏਡਾ ਸੌਖਾ ਨਹੀਂ, ਤਾਂ ਬਿਲਕੁਲ ਜੇਕਰ ਮੋਰਚਾ ਲਾਉਣਾ ਤੇ ਮੋਰਚੇ ਲਾਉਣ ਵਾਸਤੇ ਫਿਰ ਕੋਈ ਨਾ ਕੋਈ ਇੱਕ ਚਿਹਰੇ ਜਿਹੜੇ ਨੇ ਉਹ ਜ਼ਰੂਰ ਵਿੱਚ ਹੋਣੇ ਚਾਹੀਦੇ ਨੇ, ਜਿਨ੍ਹਾਂ ਚਿਹਰਿਆਂ ਦੇ ਆਧਾਰ ਤੇ ਸਰਕਾਰ ਨੂੰ ਵੀ ਕੋਈ ਫਰਕ ਜਿਹੜਾ ਪੈਂਦਾ ਮਹਿਸੂਸ ਹੋਵੇ। ਨਹੀਂ ਤਾਂ ਫਿਰ ਮੋਰਚੇ ਲੱਗਦੇ ਆ 2-4 ਦਿਨਾਂ ਚਾਰ ਬਾਅਦ ਉਹ ਮੋਰਚੇ ਉੱਠ ਜਾਂਦੇ ਆ। ਸ਼ਾਇਦ ਕਿਤੇ ਨਾ ਕਿਤੇ ਇੱਕ ਇੰਤਜ਼ਾਰ ਜਿਹੜਾ ਸ਼ਾਇਦ ਨਵਜੋਤ ਸਿੰਘ ਸਿੱਧੂ ਦਾ ਵੀ ਕੀਤਾ ਜਾ ਰਿਹਾ ਹੋਵੇ, ਪਰ ਕਿਉਂਕਿ ਉਹ ਜੇਲ੍ਹ 'ਚ ਸ਼ਾਇਦ ਜਿੱਥੇ ਮੇਰੀ ਆਪਣੀ ਨਿੱਜੀ ਰਾਏ ਹੋ ਸਕਦੀ ਹੈ, ਮੈਂ ਗਲਤ ਵੀ ਹੋ ਸਕਦਾ, ਜ਼ਰੂਰੀ ਨਹੀਂ ਕਿ ਮੈਂ ਠੀਕ ਹਾਂ, ਇਹ ਵੀ ਹੋ ਸਕਦਾ ਕਿ ਹਾਂ ਭਾਈ ਟਾਈਮ ਦੇ ਕੇ ਦੁਬਾਰਾ ਵੇਖਦੇ ਹਾਂ ਕਿ ਭਲਾ ਸਰਕਾਰ ਕੀ ਐਕਸ਼ਨ ਕਰਦੀ ਹੈ ਜਾਂ ਫਿਰ ਮੋਰਚੇ ਦੇ ਵਿੱਚ ਕਿਹੜੇ ਕਿਹੜੇ ਲੋਕ ਸ਼ਾਮਲ ਹੁੰਦੇ ਨੇ। ਖੈਰ ਜਿਸ ਤਰੀਕੇ ਨਾਲ ਬਰਗਾੜੀ ਮੋਰਚੇ ਦੇ ਲੋਕਾਂ ਜਿਹੜੇ ਜਥੇਬੰਦੀ ਜ਼ਿੰਮੇਵਾਰ ਵਿਅਕਤੀਆਂ ਨੇ ਇਹ ਗੱਲ ਕਹੀ ਆ ਕਿ ਸਮੂਹ ਉਦਨ ਜਥੇਬੰਦੀਆਂ ਸ਼ਾਮਲ ਹੋਣਗੀਆਂ, ਹਾਂ ਬਿਲਕੁਲ ਹੁਣ ਨਜ਼ਰਾਂ ਜਿਹੜੀਆਂ ਨੇ ਉਸੇ 16 ਸਤੰਬਰ ਤੇ ਟਿਕੀਆਂ ਰਹਿਣਗੀਆਂ। ਪਤਾ ਲੱਗੇਗਾ ਕਿ ਉਹਨਾਂ ਦਿਨਾਂ ਦੇ ਵਿੱਚ ਉਸ ਦਿਨ ਕਿਹੜੀਆਂ ਜਥੇਬੰਦੀਆਂ ਉੱਥੇ ਸ਼ਾਮਲ ਹੁੰਦੀਆਂ ਨੇ ਤੇ ਕੀ ਆਪਣਾ ਜਿਹੜਾ ਪ੍ਰੋਗਰਾਮ ਆ ਉਹ ਦਿੰਦੀਆਂ ਨੇ, ਇਹਦੇ ਉੱਤੇ ਨਜ਼ਰਾਂ ਟਿੱਕੀ ਰਹਿਣਗੇ। ਪਰ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਇਹ ਜਿਹੜੇ 16 ਸਤੰਬਰ ਦੇ ਵਿਚਕਾਰ ਇਹ ਜਿਹੜੇ 2 ਦਿਨ ਨੇ 14 ਸਤੰਬਰ ਤੇ 6 ਸਤੰਬਰ ਜਿਹੜਾ ਆ ਇਹਨਾਂ ਉੱਤੇ ਵੀ ਬਰਗਾੜੀ ਮੋਰਚੇ ਦੇ ਅਹੁਦੇਦਾਰਾਂ ਦੀਆਂ ਨਜ਼ਰਾਂ ਜਿਹੜੀਆਂ ਜ਼ਰੂਰ ਟਿੱਕੀਆਂ ਰਹਿਣਗੀਆਂ ਜੀ। ਬਿਲਕੁਲ, ਤਾਂ ਦੇਖਦੇ ਹਾਂ ਹੁਣ ਬਰਗਾੜੀ ਮੋਰਚਾ ਜਿਹੜਾ ਕਿਸ ਤਰੀਕੇ ਦੇ ਨਾਲ ਐਲਾਨ ਕਰਦਾ, ਪਰ ਲੱਗਦਾ ਕਿ ਮੁਸ਼ਕਲਾਤਾਂ ਜਿਹੜੀਆਂ ਵੱਧ ਸਕਦੀਆਂ ਨੇ ਜੇਕਰ ਕੁਝ ਨਾ ਕੁਝ ਨਾ ਕੀਤਾ ਗਿਆ। ਜਿਵੇਂ 14 ਦਾ ਟਾਈਮ ਦਿੱਤਾ ਗਿਆ ਸੁਖਬੀਰ ਸਿੰਘ ਬਾਦਲ ਨੂੰ, ਕਿ ਜੇ ਉਸ ਵਾਰ ਕੁਝ ਨਾ ਕੀਤਾ ਗਿਆ ਤਾਂ ਜਿਸ ਤਰੀਕੇ ਦੇ ਨਾਲ ਬਰਗਾੜੀ ਮੋਰਚੇ ਨੂੰ ਜਿਹੜਾ ਇੱਕ ਆਸ ਹੈਗੀ ਆ ਕਿ ਬੜੇ ਵੱਡੇ ਪੱਧਰ ਤੇ ਜਿਹੜੀਆਂ ਜਥੇਬੰਦੀਆਂ ਆਉਣਗੀਆਂ ਔਰ ਵੱਡੇ ਪੱਧਰ ਤੇ ਐਲਾਨ 16 ਸਤੰਬਰ ਨੂੰ ਕਰਾਂਗੇ, ਤਾਂ ਉਸ ਦੇ ਮੱਦੇਨਜ਼ਰ ਲੱਗਦਾ ਕਿ ਇੱਕ ਪ੍ਰੈਸ਼ਰਾਈਜ਼ ਹੋ ਕੇ ਸਰਕਾਰ ਜਿਹੜੀ ਆ 14 ਸਤੰਬਰ ਨੂੰ ਸੁਖਬੀਰ ਦੇ ਖਿਲਾਫ ਕੋਈ ਵੱਡਾ ਜਿਹੜਾ ਉਹ ਕਦਮ ਚੁੱਕ ਸਕਦੀ ਹੈ। ਕਿਉਂਕਿ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਨਾ, ਜਿਹੜੇ ਆਪਣੇ ਸੁਖਰਾਜ ਸਿੰਘ ਨੇ ਬਰਗਾੜੀ ਮੋਰਚੇ ਦੇ ਸੰਚਾਲਕ ਨੇ, ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕੱਲ ਕਿ ਭਾਈ ਜੇ ਧਰਮਸੋਤ ਅਤੇ ਆਸ਼ੂ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਤਾਂ ਸੁਖਬੀਰ ਬਾਦਲ ਕਹਿੰਦੇ ਕਿਹੜੇ ਬਾਗ ਦੀ ਮੂਲੀ ਹੈ। ਇਹੀ ਸ਼ਬਦ ਜਿਹੜੇ ਉਹਨਾਂ ਨੇ ਇਸਤੇਮਾਲ ਕੀਤੇ ਆ। ਕੁਦਰਤੀ ਤੌਰ ਤੇ ਸੁਖਵਿੰਦਰ ਜੀ ਸਰਕਾਰ ਦੇ ਉੱਤੇ ਦਬਾਅ ਤਾਂ ਹੈ ਹੀ ਆ। ਸਰਕਾਰ ਤੇ ਜੇ ਦਬਾਅ ਨਾ ਹੁੰਦਾ ਤੇ ਇਹ ਜਿਹੜੇ 2 ਦਿਨਾਂ ਦੇ ਵਿੱਚ ਇੱਕਦਮ ਹੀ 2 ਸਿੱਟਾਂ ਦੇ ਅੱਗੇ ਉਹਨਾਂ ਨੂੰ ਸੰਮਨ ਕੀਤੇ ਗਏ ਨੇ, ਇਹ ਉਸੇ ਦਬਾਅ ਦਾ ਹੀ ਅਸੀਂ ਕਹਿ ਸਕਦੇ ਕਿ ਪ੍ਰਮਾਣ ਹੈ ਜਿਸ ਦਬਾਅ ਦੇ ਵਿੱਚ ਇਸ ਵੇਲੇ ਆਮ ਆਦਮੀ ਪਾਰਟੀ ਦੀ ਸਰਕਾਰ ਲੰਘਦੀ ਪਈ ਆ। ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਇਹ ਜਿਹੜੇ ਪ੍ਰਸ਼ਨ ਨੇ ਸਰਦਾਰ ਸੁਖਰਾਜ ਸਿੰਘ ਹੁਣੀ ਹੀ ਨਹੀਂ ਕਰ ਰਹੇ, ਬਲਕਿ ਉਹਨਾਂ ਦੀ ਆਪਣੀ ਪਾਰਟੀ ਦੇ ਵਿਧਾਇਕ ਕਮਰ ਵਿਜੇ ਪ੍ਰਤਾਪ ਸਿੰਘ ਹੁਣੀ ਵੀ ਜਿਹੜੇ ਕਰਦੇ ਨੇ। ਉਹਨਾਂ ਨੇ ਇਹ ਵੀ ਕਮਰ ਵਿਜੇ ਪ੍ਰਤਾਪ ਵੀ ਕਹਿੰਦਾ ਕਿ ਉਹਨਾਂ ਨੂੰ ਸਿੱਧਾ ਗ੍ਰਿਫਤਾਰ ਕੀਤਾ ਜਾ ਸਕਦਾ। ਉਹਨਾਂ ਨੇ ਬਜਟ ਸੈਸ਼ਨ ਦੇ ਦੌਰਾਨ ਵੀ ਇਸ ਦੀ ਮੰਗ ਕੀਤੀ। ਕੋਈ ਸ਼ੱਕ ਨਹੀਂ ਜਿਸ ਤਰੀਕੇ ਨਾਲ ਤੁਸੀਂ ਕਹਿ ਰਹੇ ਮਾਨਸਿਕ ਦਬਾਅ, ਇੱਕ ਭਾਰੀ ਦਬਾਅ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉੱਤੇ ਹੈ ਹੀ ਹੈ। ਤਾਂ ਹੋ ਸਕਦਾ ਕਿ ਉਦਣ 14 ਸਤੰਬਰ ਤੋਂ ਹੀ ਉਦਣ ਅਰੈਸਟ ਕਰ ਲਿਆ ਜਾਵੇ। ਠੀਕ ਆ, ਬਹੁਤ ਸੋਹਣੀ ਸੁਖਰਾਜ ਹੋਣਾ ਦੀ ਇਹ ਗੱਲ ਆ ਕਿ ਜੇ ਭਾਰਤ ਭੂਸ਼ਣ ਆਜੂ ਸਾਧੂ ਸਿੰਘ ਧਰਮਸੋਤ ਗ੍ਰਿਫਤਾਰ ਕੀਤੇ ਜਾ ਸਕਦੇ ਨੇ ਤਾਂ ਸੁਖਬੀਰ ਬਾਦਲ ਨੂੰ ਕਿਉਂ ਨਹੀਂ। ਪਰ ਵੇਖਣਾ ਇਹ ਹੋਵੇਗਾ ਕਿ ਸੁਖਬੀਰ ਬਾਦਲ ਦੇ ਖਿਲਾਫ ਕੀ ਪ੍ਰਮਾਣ ਸਬੂਤ ਹਨ ਕੋਈ ਇਹੋ ਜਿਹੇ ਕਿ ਜਿਨ੍ਹਾਂ ਆਧਾਰ ਤੇ ਉੱਤੇ ਵੇਖੋ ਹੱਥ ਪਾ ਲੈਣਾ ਬਹੁਤ ਸੌਖਾ, ਗ੍ਰਿਫਤਾਰ ਕਰ ਲੈਣਾ ਬਹੁਤ ਸੌਖਾ, ਪਰ ਉਸ ਤੋਂ ਬਾਅਦ ਜੇਕਰ ਪਹਿਲੀ ਤਰੀਕ ਤੇ ਬੰਦਾ ਜ਼ਮਾਨਤ ਜਾਂ ਉੱਥੇ ਜੋ ਵੀ ਆ ਸਾਰਾ ਕੁਝ ਖਤਮ ਹੋ ਜਾਂਦਾ ਤੇ ਪਹਿਲੀ ਤਰੀਕ ਤੇ ਬੰਦਾ ਬਾਹਰ ਆ ਜਾਵੇ ਤਾਂ ਫਿਰ ਉਸ ਤੋਂ ਵੱਡੀ ਸਰਕਾਰ ਦੀ ਜਿਹੜੀ ਬੇਇੱਜ਼ਤੀ ਆ ਹੋਰ ਕੁਝ ਨਹੀਂ ਹੁੰਦੀ। ਕਿਉਂਕਿ ਬੀਤੇ 7 ਸਾਲਾਂ ਤੋਂ ਇਹ ਕੇਸ ਜਿਹੜਾ ਚੱਲਦਾ ਆ ਰਿਹਾ। ਠੀਕ ਆ, 7 ਸਾਲਾਂ 2 ਸਾਲ ਜਿਹੜੀ ਵਜ਼ਾਰਤ ਜਿਹੜੀ ਆ ਅਕਾਲੀ ਦਲ ਦੀ ਰਹੀ, ਬਾਅਦ ਚ ਕੈਪਟਨ ਅਮਰਿੰਦਰ ਸਿੰਘ ਹੁਣੀ ਹੁੰਦੇ। ਕੈਪਟਨ ਅਮਰਿੰਦਰ ਸਿੰਘ ਨੇ ਇਸ ਕੇਸ ਦੇ ਵਿੱਚ ਕੀ ਕੀਤਾ ਜਾਂ ਕੀ ਨਹੀਂ ਕੀਤਾ ਇਹ ਸਾਰੇ ਲੋਕ ਜਾਣਦੇ ਨੇ, ਪਰ ਉਹਨਾਂ ਨੇ ਬਾਦਲ ਪਰਿਵਾਰ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ। ਜਿਸ ਤਰੀਕੇ ਨਾਲ ਪੰਜਾਬ ਦੇ ਲੋਕ ਸਮਝਦੇ ਕਿ ਬਾਦਲ ਪਰਿਵਾਰ ਇਸ ਵਾਸਤੇ ਜ਼ਿੰਮੇਵਾਰ ਆ। ਕਮਰ ਵਿਜੇ ਪ੍ਰਤਾਪ ਦੀ ਰਿਪੋਰਟ ਜਿਹੜੀ ਆ ਉਹ ਖਿਲਾਫ ਗਈ, ਉਸ ਨੂੰ ਰੱਦ ਕਰਵਾ ਦਿੱਤਾ ਗਿਆ। ਸੋ ਕਹਿਣ ਦਾ ਅਰਥ ਇਹ ਆ ਕਿ ਇਹ ਵੇਖਣਾ ਪਏਗਾ ਕਿ ਵਾਕਿਆ ਹੀ ਸੁਖਬੀਰ ਸਿੰਘ ਬਾਦਲ ਦੀ ਗ੍ਰਿਫਤਾਰੀ ਵਾਸਤੇ ਸਰਕਾਰ ਕੋਲ ਪੁਖਤਾ ਸਬੂਤ ਹਨ। ਜੇ ਤਾਂ ਪੁਖਤਾ ਸਬੂਤ ਹਨ ਤਾਂ ਫਿਰ ਤਾਂ ਗ੍ਰਿਫਤਾਰ ਕਰ ਲੈਣਾ ਚਾਹੀਦਾ, ਫਿਰ ਕੀਤਾ ਜਾਵੇਗਾ। ਤੇ ਜੇ ਪੁਖਤਾ ਸਬੂਤ ਨਹੀਂ ਹੈਗੇ
ਤਾਂ ਫਿਰ ਕਰਦਾ ਕੀ, ਫਿਰ ਤਾਂ ਇਹ ਵੇਖਣਾ ਹੋਏਗਾ ਕਿ ਇਹ ਰਾਜਨੀਤੀ ਜਾਂ ਇਹ ਜਿਹੜੀਆਂ ਘਟਨਾਵਾਂ ਚੱਲਦੀਆਂ ਨੇ ਇਹ ਪੰਜਾਬ ਨੂੰ ਫਿਰ ਕਿੱਧਰ ਲਿਜਾਉਂਦੀਆਂ ਨੇ। ਕੀ ਇਹ ਜਿਹੜਾ ਮੋਰਚਾ ਲੱਗੇਗਾ ਜਾਂ ਫਿਰ ਸੁਖਬੀਰ ਬਾਦਲ ਦੀ ਰਾਜਨੀਤੀ ਅਸੀਂ ਕਹਿ ਸਕਦੇ ਕਿ ਰਾਜਨੀਤਿਕ ਤੌਰ ਤੇ, ਸਿਆਸੀ ਤੌਰ ਤੇ ਉਹ ਪਿੱਛੇ ਖਤਮ ਹੋ ਜਾਣਗੇ। ਜੇ ਗ੍ਰਿਫਤਾਰੀ ਹੁੰਦੀ ਆ ਤੇ ਉਹਨਾਂ ਦੇ ਵਿੱਚੋਂ ਸਾਰੇ ਪ੍ਰਮਾਣ ਉਹਨਾਂ ਦੇ ਖਿਲਾਫ ਜਾਂਦੇ ਤੇ ਫਿਰ ਕੁਦਰਤੀ ਤੌਰ ਤੇ ਅਕਾਲੀ ਦਲ ਬੈਕਫੁੱਟ ਤੇ ਜਾਏਗਾ। ਤੇ ਜੇਕਰ ਪ੍ਰਮਾਣ ਕੋਈ ਨਹੀਂ ਮਿਲਦਾ ਤੇ ਸੁਖਬੀਰ ਬਾਦਲ ਬਿਨਾਂ ਵਜ੍ਹਾ ਗ੍ਰਿਫਤਾਰ ਕਰ ਲਏ ਜਾਂਦੇ ਤੇ ਅਗਲੇ ਨੂੰ ਸੁਖਬੀਰ ਬਾਦਲ ਰਿਹਾ ਹੋ ਜਾਂਦੇ ਨੇ, ਤਾਂ ਫਿਰ ਸੁਖਵਿੰਦਰ ਜੀ ਕੁਦਰਤੀ ਤੌਰ ਤੇ ਫਿਰ ਪ੍ਰਮਾਣ ਤਾਂ ਫਿਰ ਸ਼੍ਰੋਮਣੀ ਅਕਾਲੀ ਦਲ ਕਹਿੰਦੀ ਰਹੀ ਆ ਕਿ ਪ੍ਰਮਾਣ ਸਾਡੇ ਕੋਲੇ ਸਬੂਤ ਜਿਹੜੇ ਉਹ ਇਕੱਠੇ ਕਹਿੰਦੇ ਕੀਤੇ ਪਏ ਆ, 24 ਘੰਟਿਆਂ 'ਚ ਗ੍ਰਿਫਤਾਰੀ ਹੋ ਜੂਗੀ। ਹੁਣ ਤਾਂ ਮਹੀਨੇ 6 ਲੰਘ ਚੱਲੇ ਆ ਕੀ ਸਾਹਿਬ। ਬਿਲਕੁਲ ਇਹੋ ਤਾਂ ਹੁਣ ਵੇਖਣਾ ਹੋਵੇਗਾ, ਇਹੋ ਚੀਜ਼ ਤਾਂ ਹੁਣ ਵੇਖਣੀ ਹੋਵੇਗੀ ਕਿ ਕੇਜਰੀਵਾਲ ਦੇ ਉਹਨਾਂ ਕਦਾਮਾਂ ਦੇ ਵਿੱਚ ਕਿੰਨਾ ਕੁ ਦਮ ਸੀ। ਤੇ ਦੇਖੋ ਸੁਖਵਿੰਦਰ ਜੀ, ਗੱਲ ਇਹ ਹੁੰਦੀ ਹੈ ਕਿ ਤੁਹਾਡੀ ਨੀਅਤ ਕਿਹੋ ਜਿਹੀ ਹੈ, ਨੀਤੀ ਨਹੀਂ, ਤੁਹਾਡੀ ਨੀਅਤ ਕੀ ਸੁਖਬੀਰ ਸਿੰਘ ਬਾਦਲ ਨੂੰ ਜਾਂ ਬਾਦਲ ਪਰਿਵਾਰ ਨੂੰ ਹੱਥ ਪਾਉਂਦੀ ਹੈ। ਤੁਸੀਂ ਇੰਟਰਵਿਊ ਕੀਤਾ ਸੀ ਖਬਰ ਵਿਜੇ ਪ੍ਰਤਾਪ ਦਾ, ਤਾਂ ਉਹਨੇ ਕਲੀਅਰ ਕੱਟ ਇੰਨੀ ਗੱਲ ਕਹੀ ਸੀ ਕਿ ਕਿਸੇ ਵੀ ਪੁਲਿਸ ਅਫਸਰ ਦੇ ਵਿੱਚ, ਪੰਜਾਬ ਦੇ ਪੁਲਿਸ ਅਫਸਰ 'ਚ ਇੰਨੀ ਹਿੰਮਤ ਹੈ ਨਹੀਂ ਕਿ ਬਾਦਲ ਪਰਿਵਾਰ ਦੇ ਖਿਲਾਫ ਕੋਈ ਦੋ ਸ਼ਬਦ ਲਿਖ ਸਕੇ ਜਾਂ ਉਹਨਾਂ ਨੂੰ ਹੱਥ ਪਾ ਸਕੇ। ਉਹ ਵਿਅਕਤੀ ਕਹਿ ਰਿਹਾ ਜਿਹੜਾ ਖੁਦ ਉਸ ਸਿਸਟਮ ਦਾ ਅੰਗ ਰਿਹਾ। ਤਾਂ ਇਸ ਤੋਂ ਭਾਵ ਫਿਰ ਸਾਫ਼ ਤੇ ਸਪਸ਼ਟ ਤੌਰ ਤੇ ਇਹ ਇੱਕ ਤੱਥ ਸਾਹਮਣੇ ਆਉਂਦਾ ਕਿ ਜਿਨ੍ਹਾਂ ਲੋਕਾਂ ਨੇ ਇਹ ਬਿਆਨ ਦਿੱਤੇ ਨੇ ਕਿ 24 ਘੰਟਿਆਂ ਦੇ ਅੰਦਰ ਗ੍ਰਿਫਤਾਰ ਕੀਤਾ ਜਾ ਸਕਦਾ, ਕੀ ਉਹਨਾਂ ਦੀ ਇਹ ਨੀਅਤ ਹੈਗੀ ਆ ਕਿ ਗ੍ਰਿਫਤਾਰ ਕਰਨ ਦੀ, ਤੇ ਜਾਂ ਫਿਰ ਉਹ ਵੀ ਲੋਕ ਰਾਜਨੀਤੀ ਹੀ ਕਰ ਰਹੇ ਆ। ਪ੍ਰਸ਼ਨ ਇਹ ਹੈ। ਤਾਂ ਇਹ ਪ੍ਰਸ਼ਨ ਦਾ ਜਵਾਬ ਫਿਰ 14 ਸਤੰਬਰ ਨੂੰ ਪੰਜਾਬ ਦੇ ਲੋਕਾਂ ਨੂੰ ਮਿਲ ਜਾਵੇਗਾ, ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਕੀ ਕਾਰਵਾਈ ਕਰਦੀ ਹੈ ਜਾਂ ਕੀ ਨਹੀਂ ਕਰਦੀ। ਬਿਲਕੁਲ। ਅਗਲੀ ਖਬਰ ਆਪਾਂ ਲੈ ਲੈਂਦੇ ਹਾਂ ਅਣਖੀ ਸਾਹਿਬ। ਅਗਲੀ ਖਬਰ ਪੰਜਾਬ ਦੇ ਡੀਜੀਪੀ ਨੂੰ ਲੈ ਕੇ ਆ। ਪੰਜਾਬ ਦੇ ਡੀਜੀਪੀ ਨੂੰ ਲੈ ਕੇ ਹੁਣ ਫਿਰ ਰਫੜ ਪੈ ਗਿਆ। ਉਧਰ ਭਾਵਰਾ ਛੁੱਟੀ ਤੇ ਭੇਜੇ ਗਏ ਸੀਗੇ, ਭਾਵਰਾ ਵਾਪਸ ਆ ਗਏ ਆ ਤੇ ਹੁਣ ਪਤਾ ਨਹੀਂ ਲੱਗ ਰਿਹਾ ਕਿ ਸਿਸਟਮ ਬਣ ਕੀ ਰਿਹਾ। ਹਾਲਾਂਕਿ ਇਹ ਤਾਂ ਗੱਲ ਪੱਕੀ ਹੈ ਕਿ ਪੰਜਾਬ ਸਰਕਾਰ ਜਿਹੜੀ ਆ ਉਹ ਯਾਦਵ ਨੂੰ ਹੀ, ਜਿਹੜਾ ਗੌਰਵ ਯਾਦਵ ਨੂੰ ਹੀ ਜਿਹੜਾ ਡੀਜੀਪੀ ਰੱਖਣਾ ਚਾਹੁੰਦੀ ਹੈ। ਪਰ ਫਿਰ ਵੀ ਕਹਿੰਦੇ ਕਿ 2 ਸਾਲਾਂ ਤੋਂ ਪਹਿਲਾਂ ਜਿਹੜਾ ਡੀਜੀਪੀ ਨੂੰ ਹਟਾਇਆ ਨਹੀਂ ਜਾ ਸਕਦਾ। ਪਰ ਕਹਿੰਦੇ ਕੋਈ ਸਕੀਮ ਵੀ ਲਾਈ ਗਈ ਹੈ ਸਰਕਾਰ ਦੇ ਵੱਲੋਂ ਗੌਰਵ ਯਾਦਵ ਨੂੰ ਹੀ ਡੀਜੀਪੀ ਰੱਖਣ ਦੀ। ਮਾਮਲਾ ਕੀ ਆ, ਪੂਰਾ ਰਫੜ ਕੀ ਆ? ਸੁਖਵਿੰਦਰ ਜੀ ਵੇਖੋ, ਪਹਿਲਾਂ ਤਾਂ ਗੱਲ ਇਹ ਹੈ ਕਿ ਪੰਜਾਬ ਦੀ ਤਰਾਸਦੀ ਇਹ ਹੈ ਕਿ ਦਿਨਕਰ ਗੁਪਤਾ ਤੋਂ ਬਾਅਦ ਪੰਜਾਬ ਨੂੰ ਕੋਈ ਚੱਜ ਦਾ ਡੀਜੀਪੀ ਮਿਲਿਆ ਹੀ ਨਹੀਂ। ਜਿਹੜਾ ਡੀਜੀਪੀ ਮਿਲਦਾ ਉਹ ਕਿਸੇ ਦੀਆਂ ਖਾਸ਼ਾਂ ਦੇ ਅਨੁਸਾਰ ਹੁੰਦਾ, ਚਾਹੇ ਇਕਬਾਲਪ੍ਰੀਤ ਸਿੰਘ ਸਹੋਤਾ ਸੀ, ਚਾਹੇ ਭਟਨਾਗਰ ਸੀ, ਚਾਹੇ ਸਰਦਾਰ ਚਟੋਪਾਧਿਆਏ, ਤੇ ਉਸ ਤੋਂ ਬਾਅਦ ਭਾਵਰਾ ਸਾਹਿਬ। ਇਹ ਸਾਰੇ ਉਹ ਡੀਜੀਪੀ ਨੇ ਜਿਹੜੇ ਕਾਂਗਰਸ ਸਰਕਾਰ ਦੇ ਲਾਏ, ਜਿਹੜੇ ਚੰਨੀ ਸਰਕਾਰ ਦੇ ਲਾਏ। ਜਿਹੜੇ ਡੀਜੀਪੀ ਚੰਨੀ ਨੇ ਉਹ ਨਵਜੋਤ ਸਿੱਧੂ ਨੂੰ ਪਸੰਦ ਨਹੀਂ ਆਇਆ, ਨਵਜੋਤ ਸਿੱਧੂ ਨੇ ਹਰਾ ਕੇ ਦੂਜੇ ਨੂੰ ਲਾਇਆ। ਉਹ ਫਿਰ ਯੂਪੀਐਸਸੀ ਨੂੰ ਪਸੰਦ ਨਹੀਂ ਆਇਆ, ਯੂਪੀਐਸਸੀ ਨੂੰ ਜਿਹੜਾ ਪਸੰਦ ਆਇਆ ਉਹ ਫਿਰ ਆਮ ਆਦਮੀ ਪਾਰਟੀ ਨੂੰ ਨਹੀਂ ਆਇਆ। ਚੌਥਾ ਪੰਜਵਾਂ ਬੀਤੇ 5-6 ਮਹੀਨਿਆਂ ਤੋਂ ਡੀਜੀਪੀ ਬਦਲੇ ਜਾ ਰਹੇ ਆ, ਤੇ ਇਸ ਤਰ੍ਹਾਂ ਬਦਲੇ ਜਾ ਰਹੇ ਨੇ ਕਿ ਜਿਵੇਂ ਬੰਦਾ ਕਹਿੰਦਾ ਕਿ ਹਾਂ ਵੀ ਇਹ ਜੈਕਟ ਮੈਨੂੰ ਪਸੰਦ ਹੈ, ਚਲੋ ਦੂਜੀ ਲੈ ਲਓ, ਦੂਜੀ ਨਹੀਂ ਲੈਣੀ ਮੈਂ ਉਹ ਲੈਣੀ। ਮਤਲਬ ਜੈਕਟਾਂ ਦੇ ਹਿਸਾਬ ਨਾਲ ਜਿਸ ਤਰ੍ਹਾਂ ਬੰਦਾ ਬਦਲਦਾ, ਇਸ ਤਰ੍ਹਾਂ ਡੀਜੀਪੀ ਬਦਲੇ ਜਾ ਰਹੇ ਆ। ਖੈਰ, ਤਾਂ ਹੁਣ ਜਦੋਂ ਸਿੱਧੂ ਮੂਸੇਵਾਲ ਦਾ ਕਤਲ ਹੁੰਦਾ ਤੇ ਜਿਹੜੇ ਉਸ ਸਮੇਂ ਦੇ ਭਾਵਰਾ ਸਾਹਿਬ ਡੀਜੀਪੀ ਸਨ, ਉਹਨਾਂ ਨੂੰ ਇਹ ਗੱਲ ਕਹਿ ਕੇ ਛੁੱਟੀ ਤੇ ਭੇਜ ਦਿੱਤਾ ਗਿਆ ਕਿ ਉਹਨਾਂ ਨੂੰ ਕਹਿ ਦਿੱਤਾ ਗਿਆ ਕਿ ਤੁਸੀਂ ਜਾਓ ਛੁੱਟੀ, ਲੰਮੀ ਛੁੱਟੀ ਤੇ ਜਾਓ ਜਾਂ ਕੇਂਦਰ ਦੇ ਵਿੱਚ ਚਲੇ ਜਾਓ, ਕਿਉਂਕਿ ਤੁਹਾਡੇ ਕੋਲ ਕੰਮ ਜਿਹੜਾ ਅਮਨ ਤੇ ਕਾਨੂੰਨ ਦੀ ਸਥਿਤੀ ਤੁਹਾਡੇ ਕੋਲ ਸਾਂਭੀ ਨਹੀਂ ਗਈ। ਤੇ ਸਿੱਧੂ ਮੂਸੇਵਾਲ ਦੇ ਕਤਲ ਤੋਂ ਬਾਅਦ ਉਹਨਾਂ ਦੇ ਬਿਆਨ ਵੀ ਕੁਝ ਅਜਿਹੇ ਬਿਆਨ ਹੀ ਸਨ। ਤਾਂ ਖੈਰ, ਜਦੋਂ ਫਿਰ ਸਰਕਾਰਾਂ ਹੋਣ ਤਾਂ ਭਾਵੇਂ ਡੀਜੀਪੀ ਦੀ ਕੋਈ ਹੋਣ ਜਿਹੜੀ ਜਾਂ ਕੋਈ ਇੰਨੀ ਸ਼ਕਤੀ ਨਹੀਂ ਹੁੰਦੀ। ਤਾਂ ਡੀਜੀਪੀ ਸਾਹਿਬ ਨੂੰ ਛੁੱਟੀ ਤੇ ਭੇਜ ਦਿੱਤਾ ਗਿਆ 2 ਮਹੀਨਿਆਂ ਦੀ ਛੁੱਟੀ ਵਾਸਤੇ। ਹਾਲਾਂਕਿ ਉਹ 2 ਸਾਲ ਦਾ ਕਾਰਜਕਾਲ ਹੈ। ਯੂਪੀਐਸਸੀ ਦੇ ਅਨੁਸਾਰ ਕਿਸੇ ਵੀ ਡੀਜੀਪੀ ਨੂੰ 2 ਸਾਲ ਤੋਂ ਪਹਿਲਾਂ ਤੁਸੀਂ ਹਟਾ ਨਹੀਂ ਸਕਦੇ। ਤਾਂ ਭਾਵਰਾ ਸਾਹਿਬ ਨੂੰ ਚੰਨੀ ਸਰਕਾਰ ਦੇ ਉਸ ਪੈਨਲ ਦੇ ਵਿੱਚ ਲਾਇਆ ਸੀ, ਜਿਹੜਾ ਪੈਨਲ ਜਿਹੜਾ ਯੂਪੀਐਸਸੀ ਨੂੰ ਉਦੋਂ ਭੇਜਿਆ ਗਿਆ ਕਿ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫੇਰੀ ਤੋਂ ਬਾਅਦ ਹੀ ਜਿਹੜੀਆਂ ਸਥਿਤੀਆਂ ਬਣੀਆਂ ਸਨ। ਖੈਰ, ਉਹ ਅਲੱਗ ਵਿਸ਼ਾ। ਭਾਵਰਾ ਸਾਹਿਬ ਛੁੱਟੀ ਤੇ ਚਲੇ ਗਏ। ਹੁਣ ਉਹਨਾਂ ਦੇ 2 ਮਹੀਨੇ ਦੀ ਛੁੱਟੀ ਖਤਮ ਹੋ ਗਈ ਆ। ਉਹਨਾਂ ਨੇ ਕੇਂਦਰ ਦੇ ਵਿੱਚ ਡੈਪੂਟੇਸ਼ਨ ਦਾ ਜਾਣਾ ਸੀ, ਪਰ ਕੇਂਦਰ ਵਿੱਚ ਕੋਈ ਡੈਪੂਟੇਸ਼ਨ ਦੀ ਸਥਿਤੀ ਉਹਨਾਂ ਨੂੰ ਮਿਲੀ ਨਹੀਂ। ਹੁਣ ਜੇਕਰ ਉਹ ਵਾਪਸ ਆਉਂਦੇ ਨੇ, ਆ ਜਾਣਾ 6 ਸਤੰਬਰ ਨੂੰ ਉਹਨਾਂ ਨੇ ਵਾਪਸ ਆਉਣਾ ਆ, ਤਾਂ ਜਦੋਂ 6 ਸਤੰਬਰ ਨੂੰ ਵਾਪਸ ਆਉਣਗੇ ਤਾਂ ਕੁਦਰਤੀ ਤੌਰ ਤੇ ਉਹਨਾਂ ਨੇ ਆਪਣੇ ਉਸੇ ਅਹੁਦੇ ਤੇ ਹੀ ਆਉਣਾ, ਵਿਰਾਜਮਾਨ ਹੋਣਾ। ਪਰ ਜਿਹੜੀ ਪੰਜਾਬ ਸਰਕਾਰ ਆ ਉਹ ਗੌਰਵ ਯਾਦਵ ਨੂੰ ਲੈ ਕੇ ਪੂਰਨ ਤੌਰ ਤੇ ਨਿਸ਼ਚਿਤ ਹੈ ਕਿ ਗੌਰਵ ਯਾਦਵ ਹੀ ਡੀਜੀਪੀ ਰਹਿਣਗੇ। ਕਿਉਂਕਿ ਅਗਰ ਵੇਖਿਆ ਜਾਵੇ ਤਾਂ ਥੋੜੇ ਜਿਹੇ ਸਮੇਂ 'ਚ ਗੌਰਵ ਯਾਦਵ ਨੇ ਜਿਸ ਤਰੀਕੇ ਨਾਲ ਗੈਂਗਸਟਰਾਂ ਦੇ ਪ੍ਰਤੀ ਹਨੇਰੀ ਲਿਆਂਦੀ ਹੈ, ਸਾਰੇ ਲੋਕ ਪੰਜਾਬ ਦੇ ਉਹਦੇ ਤੋਂ ਵੀ ਚੰਗੀ ਤਰ੍ਹਾਂ ਜਾਣੂ ਨੇ ਕਿ ਪੰਜਾਬ ਪੁਲਿਸ ਕਿਸ ਤਰੀਕੇ ਨਾਲ ਹਮਲਾਵਰ ਰੁਖ ਜਿਹੜਾ ਇਸ ਵੇਲੇ ਅਪਣਾ ਕੇ ਵੱਡੇ ਗੈਂਗਸਟਰਾਂ ਨੂੰ ਜਿਹੜੇ ਉਹ ਕਾਬੂ ਕਰਦੀ ਪਈ ਆ। ਤਾਂ ਇਹੋ ਜਿਹੀ ਸਥਿਤੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਕਦੇ ਨਹੀਂ ਜਾਏਗੀ ਕਿ ਗੌਰਵ
ਗੌਰਵ ਯਾਦਵ ਵਰਗਾ ਡੀਜੀਪੀ ਸਾਈਡਲਾਈਨ ਕੀਤਾ ਜਾਏ। ਪਰ ਦੂਜੇ ਪਾਸੇ ਸਥਿਤੀਆਂ ਦਾ ਤਕਾਜ਼ਾ ਇਹ ਆ ਕਿ ਭਵਰਾ ਸਾਹਿਬ ਨੂੰ ਡੀਜੀਪੀ ਲਾਉਣਾ ਪੈਣਾ ਕਿਉਂਕਿ ਉਹ ਛੁੱਟੀ ਤੇ ਨਹੀਂ। ਤਾਂ ਹੁਣ ਇਹ ਵਿਚਲਾ ਰਸਤਾ ਇਹ ਕੱਢਿਆ ਗਿਆ, ਇੱਕ ਤਾਂ ਆਉਂਦਿਆਂ ਉਹਨਾਂ ਨੂੰ ਜਿਹੜਾ ਪੰਜਾਬ ਹਾਊਸਿੰਗ ਕਾਰਪੋਰੇਸ਼ਨ ਆ, ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਦਾ ਉਹਨਾਂ ਨੂੰ ਚੇਅਰਮੈਨ ਨਿਯੁਕਤ ਜਿਹੜਾ ਉਹ ਕੀਤਾ ਜਾ ਸਕਦਾ, ਜਿਹਦਾ ਉਹਦਾ ਡੀਜੀਪੀ ਦੇ ਬਰਾਬਰ ਹੁੰਦਾ। ਤਾਂ ਇਹਦੇ ਵਿੱਚ ਉਹਨਾਂ ਨੇ ਪੰਜਾਬ ਸਰਕਾਰ ਨੇ ਇੱਕ ਹੋਰ ਪਲੀ ਜਿਹੜੀ ਆ ਉਹ ਲਈ ਆ, ਪਲੀ ਉਹ ਲਈ ਆ ਜਿਹੜੀ ਉੱਤਰ ਪ੍ਰਦੇਸ਼ ਦੇ 1966 ਦੇ ਮੁਕਲ ਜਿਹੜੇ ਅਧਿਕਾਰੀ ਹਨ ਪੁਲਿਸ ਦੇ ਡੀਜੀਪੀ ਮੁਕਲ ਵਿਨਾਇਕ, ਮੈਨੂੰ ਉਹਦਾ ਨਾਮ ਠੀਕ ਤਰੀਕੇ ਨਾਲ ਯਾਦ ਨਹੀਂ, ਮੁਕਲ ਉਹਨਾਂ ਦਾ ਨਾਮ ਜ਼ਰੂਰ ਹੈ। ਉਹਨਾਂ ਉੱਤੇ ਇਹ ਦੋਸ਼ ਲਾਏ ਗਏ ਕਿ ਇਹ ਬੰਦਿਆਂ ਨੇ ਆਪਣਾ ਕੰਮਕਾਜ ਠੀਕ ਕਰਨ ਦੇ ਸਮਰੱਥ ਨਹੀਂ ਹਨ। ਤਾਂ ਇਹ ਜਿਹੜਾ ਬਹਾਨਾ ਵਰਤ ਕੇ ਕੋਈ ਵੀ ਸਰਕਾਰ ਜਿਹੜੀ ਆ ਡੀਜੀਪੀ ਨੂੰ ਸਾਈਡਲਾਈਨ ਕਰ ਸਕਦੀ ਆ। ਇਹੋ ਰਸਤਾ ਜਿਹੜਾ ਯੂਪੀ ਦੇ ਵਿੱਚ ਕਰਕੇ ਯੋਗੀ ਸਰਕਾਰ ਨੇ ਇਸ ਮੁਕਲ ਨੂੰ ਸਾਈਡ ਤੇ ਕਰਕੇ ਆਪਣੀ ਮਨਪਸੰਦ ਦਾ ਜਿਹੜਾ ਡੀਜੀਪੀ ਉਹ ਲਾਇਆ ਸੀ। ਤਾਂ ਉਸੇ ਹੀ ਨੀਤੀ ਦਾ ਸਹਾਰਾ ਲੈਂਦਿਆਂ ਹੋਇਆ ਹੁਣ ਪੰਜਾਬ ਸਰਕਾਰ ਵੀ ਭਵਰਾ ਸਾਹਿਬ ਦੇ ਉੱਤੇ ਇਹ ਐਲੀਗੇਸ਼ਨ ਲਾ ਸਕਦੀ ਕਿ ਇਹ ਉਸ ਕੰਮ ਜਾਂ ਅਮਨ ਕਾਨੂੰਨ ਦੀ ਸਥਿਤੀ ਨੂੰ ਨਿਪਟਾਉਣ ਜਾਂ ਸੁਲਝਾਉਣ ਦੇ ਮਸਲੇ ਦੇ ਵਿੱਚ ਸਮਰੱਥ ਨਹੀਂ ਹਨ। ਇਸ ਕਰਕੇ ਇਹਨਾਂ ਨੂੰ ਇਹਦੇ ਅਹੁਦੇ ਤੋਂ ਮੁਕਤ ਕੀਤਾ ਜਾਂਦਾ ਤਾਂ ਗੌਰਵ ਯਾਦਵ ਜਿਹੜੇ ਨੇ ਉਹ ਡੀਜੀਪੀ, ਕਾਰਜਕਾਰੀ ਡੀਜੀਪੀ ਲਾਏ ਜਾਂਦੇ ਨੇ। ਸੋ ਇਹ ਸਥਿਤੀ ਆ ਵਿੱਚੋਂ ਕੱਢੀ ਗਈ। ਬਾਕੀ ਸੁਖਵਿੰਦਰ ਜੀ ਇਹ ਵੇਖਣਾ ਹੋਵੇਗਾ ਕਿ ਡੀਜੀਪੀ ਜਦੋਂ ਗੌਰਵ ਯਾਦਵ ਰਹਿੰਦੇ ਨੇ, ਕਿਉਂਕਿ ਪੰਜਾਬ ਦੇ ਲੋਕਾਂ ਨੂੰ ਕੋਈ ਮਤਲਬ ਨਹੀਂ ਆ ਉੱਤੇ ਭਵਰਾ ਆ ਜੇ ਕੋਈ ਆ ਜੇ, ਲੋਕਾਂ ਨੇ ਇਹ ਵੇਖਣਾ ਕਿ ਹਾਂ ਵੀ ਅਮਨ ਕਾਨੂੰਨ ਦੀ ਸਥਿਤੀ ਕਾਬੂ 'ਚ ਹੈਗੀ ਹੈ, ਕਿ ਲੋਕਾਂ ਦਾ ਜਾਨ ਤੇ ਮਾਲ ਦੀ ਰੱਖਿਆ ਕਰਨ ਵਿੱਚ ਸਰਕਾਰ ਜਿਹੜੀ ਸੁਰੱਖਿਅਤ ਹੈਗੀ ਆ, ਸਮਰੱਥ ਹੈਗੀ ਆ। ਤਾਂ ਜੇ ਸਰਕਾਰ ਸਮਰੱਥ ਆ, ਉਹਨਾਂ ਵੱਲੋਂ ਕੋਈ ਵੀ ਲਾਤਾ ਜਾਵੇ, ਲੋਕਾਂ ਨੇ ਤੇ ਅਮਨ ਚੈਨ ਤੇ ਉਹ ਸਥਿਤੀ ਨੂੰ ਵੇਖਣਾ ਜਿਹਦੇ ਵਿੱਚ ਉਹ ਆਰਾਮ ਨਾਲ ਆਪਣੇ ਬੱਚੇ ਪਾਲ ਸਕਣ। ਸੋ ਇਹਦੇ ਵਾਸਤੇ ਜ਼ਰੂਰੀ ਆ ਕਿ ਜੇ ਪੰਜਾਬ ਸਰਕਾਰ ਗੌਰਵ ਯਾਦਵ ਉੱਤੇ ਦਾਅ ਖੇਡਦੀ ਪਈ ਆ ਤਾਂ ਫਿਰ ਗੌਰਵ ਯਾਦਵ ਦੀ ਇਹ ਜ਼ਿੰਮੇਵਾਰੀ ਬਣਦੀ ਆ ਕਿ ਉਹ ਪੰਜਾਬ ਦੇ ਲੋਕਾਂ ਨੂੰ ਅਜਿਹਾ ਮਾਹੌਲ ਦੇਵੇ ਜਿਸ ਮਾਹੌਲ ਦੇ ਵਿੱਚ ਹਰ ਵਿਅਕਤੀ ਆਪਣੇ ਘਰ ਆਪਣੀ ਨੀਂਦੇ ਉੱਠੇ, ਆਪਣੀ ਨੀਂਦੇ ਜਾਗੇ ਤੇ ਆਪਣੇ ਬੱਚਿਆਂ ਨੂੰ ਇੱਕ ਵਧੀਆ ਮਾਹੌਲ ਦੇ ਕੇ ਉਹਨਾਂ ਦਾ ਪਰਵਰਿਸ਼ ਕਰ ਸਕੇ। ਸਿਰਫ ਇੰਨੀ ਕੁ ਜ਼ਿੰਮੇਵਾਰੀ ਪੰਜਾਬ ਦੇ ਲੋਕ ਮੰਗਦੇ ਜੀ। ਬਿਲਕੁਲ ਤਾਨਕੀ ਸਾਹਿਬ ਦੇ ਸਾਡੇ ਪ੍ਰੋਗਰਾਮ ਦੇ ਵਿੱਚ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ। ਰਾਜਸਥਾਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ, ਜਿਨ੍ਹਾਂ ਦੇ ਵੱਲੋਂ ਇਹਨਾਂ ਮੈਂ ਖਬਰਾਂ ਤੇ ਸਾਡੇ ਨਾਲ ਗੱਲਬਾਤ ਕੀਤੀ ਗਈ ਹੈ। ਉਮੀਦ ਕਰਦੇ ਹਾਂ ਕਿ ਅਣਖੀ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋ। ਦੁਬਾਰਾ ਫਿਰ ਮਿਲਾਂਗੇ। ਧੰਨਵਾਦ।